ਭਾਜਪਾ ਦੇ ਤਰਨਤਾਰਨ ਦੇ ਸ਼ਹਿਰੀ ਪ੍ਰਧਾਨ ਆਰਪੀ ਮੈਣੀ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਭਾਜਪਾ ਤੋਂ ਉਹਨਾਂ ਵੱਲੋਂ ਅਸਤੀਫਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਆਰਪੀ ਮੈਣੀ ਵੱਲੋਂ ਲਗਾਤਾਰ ਭਾਜਪਾ ਤੇ ਨਿਸ਼ਾਨੇ ਸਾਧੇ ਜਾ ਰਹੇ ਸਨ। ਪਰ ਅੱਜ ਆਰਪੀ ਮੈਣੀ ਵੱਲੋਂ ਭਾਜਪਾ ਨੂੰ ਛੱਡ ਅਕਾਲੀ ਦਲ ਦਾ ਪੱਲਾ ਫੜ ਲਿਆ ਗਿਆ ਹੈ। ਉੱਥੇ ਹੀ ਆਰਪੀ ਮੈਣੀ ਵੱਲੋਂ ਇੱਕ ਵਾਰ ਫਿਰ ਤੋਂ ਭਾਜਪਾ ਦੇ ਉੱਪਰ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਉੱਥੇ ਸਿਰਫ ਵਨ ਵੇ ਟ੍ਰੈਫਿਕ ਹੈ, ਜਿਸ ਕਰਕੇ ਉਹਨਾਂ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਆਰਪੀ ਮੈਣੀ ਵੱਲੋਂ ਲਗਾਤਾਰ ਖੇਤੀ ਕਾਨੂੰਨਾਂ ਨੂੰ ਲੈ ਕੇ ਹਰ ਇੱਕ ਸਰਕਾਰ ਤੇ ਨਿਸ਼ਾਨੇ ਸਾਧੇ ਜਾ ਰਹੇ ਸਨ। ਲੇਕਿਨ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਰਪੀ ਮੈਣੀ ਨੂੰ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਜੋਂ ਨਿਯੁਕਤ ਕੀਤਾ ਗਿਆ ਹੈ। ਉੱਥੇ ਇਸ ਮੌਕੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਮੌਕੇ ਤੇ ਮੌਜੂਦ ਰਹੀ। इस मौके उपर पत्रकारों के नाल गलबात करदियां सुखबीर सिंह बादल और आरपी मैणी ने इस बारे होर की जानकारी दी। आओ सुनते हां। ਜਿਹੜੀਆਂ ਚੀਜ਼ਾਂ ਨੇ ਪ੍ਰਭਾਵਿਤ ਕਰਨਾ ਸੀ ਉਹ ਚੀਜ਼ਾਂ ਦੀ ਭਾਰਤੀ ਜਨਤਾ ਪਾਰਟੀ ਨੇ ਕੋਈ ਕਦਰ ਨਹੀਂ ਪਾਈ। ਮੈਂ ਆਪਣੇ ਥੱਲੇ ਤੋਂ ਲੈ ਕੇ ਵੱਡੇ ਅਹੁਦੇਦਾਰਾਂ ਤੱਕ ਇਹ ਗੱਲ ਪਹੁੰਚਾਈ ਕਿ ਇਹ ਤਿੰਨੇ ਕਾਨੂੰਨ ਅੰਨਦਾਤਾ ਜਿਹੜਾ ਦੇਸ਼ ਦਾ ਅੰਨਦਾਤਾ ਅਸੀਂ 1955 ਚ ਪਹਿਲਾਂ ਕਟੋਰਾ ਫੜ ਕੇ ਅਮਰੀਕਾ ਆਸਟ੍ਰੇਲੀਆ ਦੇ ਵਿੱਚ ਕਣਕ ਮੰਗਣ ਜਾਂਦੇ ਸੀ। ਇਸ ਅੰਨਦਾਤਾ ਨੇ ਸਾਨੂੰ ਦਾਤੇ ਬਣਾਇਆ ਦੇਣ ਵਾਸਤੇ। ਉਹਨਾਂ ਨੂੰ ਇਗਨੋਰ ਕਰਕੇ ਉਹਨਾਂ ਦੀ ਰੀੜ ਦੀ ਹੱਡੀ ਤੋੜਨ ਦੇ ਲਈ ਇਹ ਕਾਨੂੰਨ ਬਣਾਏ ਗਏ ਆ। ਇਹਦੇ ਲਈ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ। ਮੈਨੂੰ ਬੜਾ ਦੁੱਖ ਹੋਇਆ ਕਿ ਕੋਈ ਵੀ ਉੱਥੇ ਆਵਾਜ਼ ਸੁਣਨ ਲਈ ਤਿਆਰ ਹੀ ਨਹੀਂ ਹੈਗਾ। ਉੱਥੇ ਵਨ ਵੇ ਟ੍ਰੈਫਿਕ ਆ, ਜੋ ਦਿੱਲੀ ਤੋਂ ਚੱਲਦਾ ਉਹਨੂੰ ਯੈਸ ਸਰ ਕਰਦਿਆਂ ਥੱਲੇ ਮੰਡਲ ਤੱਕ ਪਹੁੰਚਾਇਆ ਜਾਂਦਾ। ਇਧਰੋਂ ਵਰਕਰ ਦੀ ਆਵਾਜ਼ ਦਿੱਲੀ ਤੱਕ ਨਹੀਂ ਜਾਂਦੀ। ਮੈਂ ਤੇ ਇਸ ਗੱਲ ਕਹਿਣ ਤੋਂ ਕੋਈ ਗੁਰੇਜ਼ ਨਹੀਂ ਕਰਾਂਗਾ कि पंजाब की लीडरशिप की जिहड़ी इस वेले अगवाई कर रही है उन्हां दी भी दिल्ली च कोई सुनवाई नहीं हैगी। इसे तरह जम्मू कश्मीर दे विच पंजाबी नूं राज भाषा सरकारी भाषा दा दर्जा दिवाउण दा मसला सी। ਉਹਦੇ 'ਚ ਵੀ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ 2 ਸਦੀਆਂ ਤੋਂ ਉੱਥੋਂ ਪੰਜਾਬੀ ਬੋਲੀ ਜਾ ਰਹੀ ਹੈ ਤੇ ਉਹਨੂੰ ਉਹਦਾ ਬਣਦਾ ਮਾਨ ਸਤਿਕਾਰ ਦਿਵਾਓ, ਪਰ ਨਹੀਂ ਦਵਾਇਆ ਉਹਨਾਂ ਨੇ। ਉਦੋਂ ਕਾਨੂੰਨ ਪਾਸ ਹੋਣਾ ਸੀ, ਮੈਂ ਉਹਨਾਂ ਨੂੰ ਕਿਹਾ ਘੱਟੋ ਘੱਟ ਤੁਸੀਂ ਉਹਦੇ ਬਾਰੇ ਗੱਲਬਾਤ ਕਰੋ, ਉਸ ਚੀਜ਼ ਨੂੰ ਰੋਕਿਆ ਜਾ ਸਕਦਾ। ਪਰ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਕੋਈ ਕਿਸੇ ਦੀ ਸੁਣਵਾਈ ਨਹੀਂ ਹੈਗੀ। ਮੈਂ 18 ਸਾਲ ਭਾਰਤੀ ਜਨਤਾ ਪਾਰਟੀ 'ਚ ਰਹਿ ਕੇ ਬਹੁਤ ਦੁੱਖ ਨਾਲ ਕਿ ਉਹ ਜਦੋਂ ਵੀ ਕੋਈ ਪੰਜਾਬ ਦੇ ਹਿੱਤਾਂ ਦੀ ਰਾਖੀ ਦੀ ਗੱਲ ਆਉਂਦੀ ਹੈ ਤੇ ਪੰਜਾਬ ਬੀਜੇਪੀ ਦਿੱਲੀ ਵੱਲ ਮੂੰਹ ਕਰ ਲੈਂਦੀ ਹੈ ਤੇ ਪੰਜਾਬ ਵੱਲ ਪਿੱਠ ਕਰ ਲੈਂਦੀ ਹੈ। ਜਿਹੜੀ ਪਾਰਟੀ ਪੰਜਾਬ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਸਕਦੀ ਉਸ ਪਾਰਟੀ ਨਾਲ ਅੱਗੇ ਨਹੀਂ ਚੱਲਿਆ ਜਾ ਸਕਦਾ। ਸੋ ਮੈਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਸਰਦਾਰ ਬਿਕਰਮ ਸਿੰਘ ਜੀ ਮਜੀਠੀਆ ਤੇ ਹੋਰ ਲੀਡਰਸ਼ਿਪ ਦੀ ਅਗਵਾਈ 'ਚ ਮੈਂ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਣ ਜਾ ਰਿਹਾ। ਇਹਦੇ ਲਈ ਮੈਂ ਅਕਾਲੀ ਦਲ ਜਿੰਦਾਬਾਦ। ਆਪਣੇ ਆਪ ਨੂੰ ਅਕਾਲ ਦੀ ਰਿਆਇਆ ਸਮਝਣ ਵਾਲਾ ਅਕਾਲੀ ਸਮਝਿਆ ਜਾਂਦਾ। 14 ਦਸੰਬਰ 1920 ਨੂੰ ਪਾਰਟੀ ਦੀ ਨੀਂਹ ਰੱਖੀ ਗਈ ਤੇ ਹੁਣ ਤਕਰੀਬਨ 100 ਸਾਲ ਪਾਰਟੀ ਪੁਰਾਣੀ ਹੈ। ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੈ। ਇਹਨੂੰ ਸ਼ਾਮਲ ਕਰਨ, ਇਹਦੇ ਵਿੱਚ ਸ਼ਾਮਲ ਹੋਣ ਲਈ ਕਿ ਪੰਜਾਬੀ ਪਾਣੀ, ਪੰਜਾਬੀ ਬਾਣੀ ਤੇ ਪੰਜਾਬੀ ਕਿਰਸਾਨੀ ਦੀ ਤਰਜਮਾਨੀ ਸਿਰਫ ਸ਼੍ਰੋਮਣੀ ਅਕਾਲੀ ਦਲ ਕਰ ਸਕਦਾ। ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਸਿਰਫ ਸ਼੍ਰੋਮਣੀ ਅਕਾਲੀ ਦਲ ਕਰ ਸਕਦਾ। ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਮੰਤਰੀ ਪਦ ਤੋਂ ਅਸਤੀਫਾ ਦਿੱਤਾ। ਸਾਰੇ ਕਹਿੰਦੇ ਕਈ ਵਾਰ ਕਿ ਅਸਤੀਫਾ ਪਹਿਲਾਂ ਕਿਉਂ ਨਹੀਂ ਦਿੱਤਾ। ਹਰ ਗੱਲ ਦੀ ਇੱਕ ਸਟੇਜ ਹੁੰਦੀ ਹੈ। ਜਦ ਤੱਕ ਆਪਾਂ ਜ਼ੋਰ ਚਲਾ ਸਕਦੇ ਸੀ, ਉਹਨਾਂ ਨੂੰ ਸਮਝਾ ਸਕਦੇ ਸੀ, ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਜਦ ਨਹੀਂ ਸਮਝ ਸਕੇ ਤੇ ਉਹਨਾਂ ਨੇ 4 ਸਾਲ ਅਜੇ ਵਜ਼ੀਰੀ ਪਈ ਆ। ਕੋਈ ਪਿੰਡ ਦੀ ਮੈਂਬਰੀ ਨਹੀਂ ਛੱਡਦਾ, ਕੋਈ NGO ਦੀ ਪ੍ਰਧਾਨਗੀ ਨਹੀਂ ਛੱਡਦਾ ਛੋਟੀ ਮੋਟੀ। 4 ਸਾਲ ਦੀ ਵਜ਼ੀਰੀ, ਜਦੋਂ ਕਿ ਸਰਕਾਰ ਨੇ ਪੂਰੇ 4 ਸਾਲ ਕਰਨੇ ਹੋਣ, ਕੋਈ ਸਰਕਾਰ ਨੂੰ ਖਤਰਾ ਨਾ ਹੋਵੇ।
ਉਸ ਸਮੇਂ ਉਹਨਾਂ ਨੇ ਵਜ਼ੀਰੀ ਛੱਡੀ ਹੈ। ਇਹਨਾਂ ਚੀਜ਼ਾਂ ਨੇ ਵੀ ਮੈਨੂੰ ਪ੍ਰਭਾਵਿਤ ਕੀਤਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਇਹ ਕਲੇਮ ਕਰਦਾ ਕਿ ਉਹ ਪੰਜਾਬ ਦੇ ਲੋਕਾਂ ਨਾਲ, ਪੰਜਾਬੀਅਤ ਨਾਲ, ਕਿਸਾਨਾਂ ਨਾਲ ਖੜਾ, ਤੇ ਉਹਨਾਂ ਨੇ ਕਰਕੇ ਵਿਖਾਇਆ। ਮੈਂ ਪ੍ਰਧਾਨ ਜੀ ਬੈਠੇ ਆ, ਮਜੀਠੀਆ ਸਾਹਿਬ ਬੈਠੇ ਆ, ਮੈਂ ਸਾਰੀ ਸੰਗਤ ਦੇ ਸਾਹਮਣੇ ਵਿਸ਼ਵਾਸ ਦਿਵਾਉਣਾ ਕਿ ਮੈਂ ਪੂਰੇ ਤਨ ਮਨ ਧਨ ਨਾਲ, ਪੂਰੀ ਤਨਦੇਹੀ ਨਾਲ ਸ਼੍ਰੋਮਣੀ ਅਕਾਲੀ ਦਲ ਆਖਰੀ ਸਾਹਾਂ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਾਂਗਾ। ਸ਼੍ਰੋਮਣੀ ਅਕਾਲੀ ਦਲ ਜੋ ਵੀ ਸੇਵਾ, ਜਿੱਥੇ ਵੀ ਡਿਊਟੀ ਪਾਰਟੀ ਮੇਰੀ ਲਾਊਗੀ, ਮੈਂ ਉਹਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ। ਥੋੜਾ ਜਿਹਾ ਬਸ ਮੈਂ ਨਹੀਂ ਮਿੱਠਾ ਹੈਲੋ 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 Shivi, they're not working. ਹੈਲੋ Shivi. ਹੈਲੋ ਚਲੋ ਅੱਜ ਸਰ ਆਰਪੀਐਸ ਬੈਰੀ ਜੀ ਜੋ ਬੀਜੇਪੀ ਦੇ ਬਹੁਤ ਹੀ ਕਾਬਿਲ ਮਿਹਨਤ ਸੀ ਵਰਕਰ ਸੀ, ਅਹੁਦੇਦਾਰ ਸੀ। ਪਿਛਲੇ 18-19 ਸਾਲ ਬਹੁਤ ਇੰਪੋਰਟੈਂਟ ਪੋਜੀਸ਼ਨ 'ਚ ਰਹੇ ਹੈ। ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਆ ਬੀਜੇਪੀ ਨੂੰ ਛੱਡ ਕੇ। ਸ਼੍ਰੋਮਣੀ ਅਕਾਲੀ ਦਲ 'ਚ ਉਹਨਾਂ ਨੂੰ ਪੂਰਾ ਮਾਨ ਸਤਿਕਾਰ ਦਿੱਤਾ ਜਾਊਗਾ। ਸ਼੍ਰੋਮਣੀ ਅਕਾਲੀ ਦਲ ਨੂੰ ਤਲਾਸ਼ ਹੈ ਕਾਬਿਲ ਇਨਸਾਨਾਂ ਦੀ, ਜਿਹੜੇ ਇਹ 100 ਸਾਲ ਦੀ ਪਾਰਟੀ ਨੂੰ ਹੋਰ ਤਕੜਾ ਕਰਕੇ ਰੱਖਣ। ਜੈ ਜੀ ਹਿਸਟਰੀ ਸ਼੍ਰੋਮਣੀ ਅਕਾਲੀ ਦਲ ਦੀ ਹੈ, ਕਿਸੇ ਵੀ ਹਿੰਦੁਸਤਾਨ ਦੀ ਪਾਰਟੀ ਦੀ ਨਹੀਂ। ਜੋ ਵਿਰਸਾ ਸ਼੍ਰੋਮਣੀ ਅਕਾਲੀ ਦਲ ਦਾ ਹੈ, ਆਪਣੇ ਲੀਡਰਾਂ ਦੀ ਹਿਸਟਰੀ ਹੈ, ਇਹਦਾ ਮੁਕਾਬਲਾ ਕਿਸੇ ਹੋਰ ਪਾਰਟੀ ਦੀ ਕੋਈ ਲੀਡਰਸ਼ਿਪ ਨਹੀਂ ਕਰ ਸਕਦੀ। ਮੈਣੀ ਸਾਹਿਬ ਬਾਰੇ ਮਜੀਠੀਆ ਸਾਹਿਬ ਨੇ ਬੜੇ ਵਿਸਤਾਰ ਨਾਲ ਦੱਸਿਆ। ਮੇਰੇ ਨਾਲ ਗੱਲ ਹੋ ਰਹੀ ਸੀ ਕਿ ਬੜੇ ਨੇਕ ਇਨਸਾਨ ਹੈ, ਬਹੁਤ ਵਧੀਆ ਇਨਸਾਨ ਹੈ, ਹਿੰਮਤੀ ਇਨਸਾਨ ਹੈ, ਤੇ ਅਸੀਂ ਉਹਨਾਂ ਨੂੰ ਇਮੀਡੀਏਟਲੀ ਆਪਣੇ ਪਾਰਟੀ ਦਾ ਸਪੋਕਸਮੈਨ ਵੀ ਮੈਂ ਡਿਕਲੇਅਰ ਕਰਦਾ, ਕਿਉਂਕਿ ਇਹਨਾਂ ਦੇ ਜਿਵੇਂ ਆਪਣੇ ਵਿਚਾਰ ਰੱਖਦੇ ਆ, ਜਿਸ ਤਰੀਕੇ ਨਾਲ ਆਪਣੇ ਵਿਚਾਰ ਰੱਖਦੇ ਆ, ਬੜੇ ਕਨਵਿੰਸਿੰਗ ਤਰੀਕੇ ਨਾਲ ਆਪਣੀ ਗੱਲ ਕਰਦੇ ਆ। ਸੋ ਪਾਰਟੀ ਨੂੰ ਐਜ ਏ ਸਪੋਕਸਮੈਨਾਂ ਦੀ ਲੋੜ ਹੈ, ਜਿਹੜੀ ਹੈ ਪਾਰਟੀ ਦੀ ਜਿਹੜੀ ਜੋ ਗੱਲ ਹੈ ਉਹ ਜਨਤਾ ਵਿੱਚ ਪਹੁੰਚਾ ਸਕਣ। ਬਾਕੀ ਮੈਂ ਅੱਜ ਜਦੋਂ ਅੰਮ੍ਰਿਤਸਰ ਆਇਆ, ਮੈਂ ਦੇਖ ਰਿਹਾ ਸੀ ਜਿਵੇਂ ਚਮਕ ਧਮਕ ਅੰਮ੍ਰਿਤਸਰ ਦੀ ਬਾਦਲ ਸਾਹਿਬ ਦੇ ਮੁੱਖ ਮੰਤਰੀ ਸਮੇਂ ਸੀ, ਖਿਲ ਰਿਹਾ ਜਾਂ ਸਿਆਹ ਲੱਗਦਾ। ਜਿਹੜੀਆਂ ਚੀਜ਼ਾਂ ਨਵੀਆਂ ਸੀ ਉਦੋਂ ਐ ਟੁੱਟੀਆਂ ਲੱਗ ਰਹੀਆਂ। 4 ਸਾਲ 'ਚ ਕਾਂਗਰਸ ਦੀ ਸਰਕਾਰ ਨੇ, ਹਕੂਮਤ ਨੇ ਅੰਮ੍ਰਿਤਸਰ ਨੂੰ ਤਬਾਹ ਕਰ ਦਿੱਤਾ। ਪ੍ਰਾਇਰਟੀ ਚਾਹੀਦੀ ਹੈ ਜੋ ਉਹ ਵੀ ਸੂਬੇ ਦੀ ਸਰਕਾਰ ਹੋਏ, ਗੁਰੂ ਦੀ ਨਗਰੀ ਅੰਮ੍ਰਿਤਸਰ ਨੂੰ ਡਿਵੈਲਪ ਕਰਨ ਦੀ ਪ੍ਰਾਇਰਟੀ ਸਾਰਿਆਂ ਦੀ ਹੋਣੀ ਚਾਹੀਦੀ ਹੈ। ਇੱਕ ਇਹ ਜਿਹੀ ਪਵਿੱਤਰ ਸਥਾਨ ਹੈ, ਦੁਨੀਆ ਦੇ ਕੋਨੇ-ਕੋਨੇ ਤੋਂ ਸੰਗਤ ਆਉਂਦੀ ਹੈ। ਜਿਹੜਾ ਇੰਪ੍ਰੈਸ਼ਨ ਇੱਥੋਂ ਜਾਊਗਾ ਪੰਜਾਬ ਬਾਰੇ, ਸਾਰਾ ਇੰਪ੍ਰੈਸ਼ਨ ਇੱਥੋਂ ਹੀ ਜਾਊਗਾ। ਮੈਂ ਬੜੀ ਕੋਸ਼ਿਸ਼ ਕੀਤੀ, ਜਦੋਂ ਆਪਣਾ ਰਾਜ ਸੀ, ਮੈਂ ਡਿਪਟੀ ਮੁੱਖ ਮੰਤਰੀ ਸੀ, ਮੈਂ ਤਕਰੀਬਨ ਮਹੀਨੇ 'ਚ 4 ਜਾਂ 5 ਵਾਰ ਇੱਥੇ ਆਉਂਦਾ, ਇਹਨਾਂ ਗਲੀਆਂ ਜਾਂਦਾ, ਤੇ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਹੌਲੀ ਹੌਲੀ ਕਰਕੇ ਅਸੀਂ ਸਾਰੀਆਂ ਚੀਜ਼ਾਂ ਬਣਾਈਆਂ। ਇੱਥੇ ਸੜਕਾਂ ਨੂੰ 4 ਲੇਨ 6 ਲੇਨ ਕੀਤਾ। ਨਹੀਂ ਤਾਂ ਮੈਨੂੰ ਯਾਦ ਹੈ ਜਦੋਂ ਆਪਾਂ ਖਾਲਸਾ ਕਾਲਜ ਦੀ ਮੇਨ ਰੋਡ ਤੇ ਜਾਂਦੇ ਹੁੰਦੇ ਸੀ, ਕਿੰਨਾ ਮਾੜਾ ਹਾਲ ਸੀ। ਆ ਜਿੰਨੇ ਪੁਲ ਹੈ, ਜਿੰਨੇ ਵੀ ਫਲਾਈਓਵਰ ਹੈ, ਕਿੰਨਾ ਟ੍ਰੈਫਿਕ ਹੁੰਦਾ ਸੀ। ਮੈਂ ਤਾਂ ਕਹਿ ਸਕਦਾ ਕਿ 100% ਜੋ ਵੀ ਕੁਝ ਬਣਿਆ ਅੰਮ੍ਰਿਤਸਰ ਵਿੱਚ, ਉਹ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੇ ਦੌਰਾਨ ਹੀ ਬਣਿਆ। ਮੈਂ ਪੁੱਛਣਾ ਚਾਹਣਾ
ਇੱਥੋਂ ਦੀ ਕਾਂਗਰਸ ਦੀ ਲੀਡਰਸ਼ਿਪ ਨੂੰ। ਮੈਂ ਤਾਂ ਅੱਜ ਨਾਲ ਮੇਰੇ ਬੈਠੇ ਸੀ ਗੱਡੀ 'ਚ, ਮੈਂ ਕਿਹਾ ਜਨਤਾ ਸਵਾਲ ਨਹੀਂ ਪੁੱਛ ਰਹੀ ਕਾਂਗਰਸ ਤੋਂ ਕਿ ਕੀ ਬੁਰਾ ਹਾਲ ਕਰ ਦਿੱਤਾ ਸ਼ਹਿਰ ਦਾ। ਜਿਹੜੇ ਡਿਵਾਈਡਰ ਲਾਏ ਸੀ, ਮੈਂ ਕਹਿੰਦਾ ਜਿਹੜੀਆਂ ਲਾਈਨਾਂ ਖੜੀਆਂ ਸਾਰੀਆਂ ਟੁੱਟੀਆਂ ਪਈਆਂ, ਕੋਈ ਚੱਕ ਕੇ ਲੈ ਗਿਆ, ਕੋਈ ਪਰਵਾਹ ਨਹੀਂ। ਰਿਫਲੈਕਟਰ ਲਾਇਕ ਸੀ, ਟੁੱਟੇ ਪਏ ਹੈ। ਹੈਰੀਟੇਜ ਸਟਰੀਟ ਜਿਹੜੀ ਇੰਨੀ ਖੂਬਸੂਰਤ ਬਣਾਈ ਸੀ, ਅੱਜ ਉੱਥੇ ਵੀ ਬੁਰਾ ਹਾਲ ਹੈ। ਜਵਾਬ ਦੀ ਲੋੜ ਹੈ, ਮੰਗਣ ਦੀ ਲੋੜ ਹੈ। ਪੰਜਾਬ ਅੰਮ੍ਰਿਤਸਰ ਦੀ ਜਨਤਾ ਨੂੰ ਇਹਨਾਂ ਹਰ ਕਾਂਗਰਸ ਦਾ, ਭਾਵੇਂ MC ਹੈ, ਭਾਵੇਂ ਉਹਨਾਂ ਦਾ ਲੀਡਰ ਹੈ, ਭਾਵੇਂ MLA ਹੈ, ਭਾਵੇਂ ਇਹਨਾਂ ਦਾ ਮਿਨਿਸਟਰ ਹੈ, ਇੱਥੇ ਉਹਨਾਂ ਤੋਂ ਜਵਾਬ ਮੰਗਣ ਦੀ ਲੋੜ ਹੈ। ਤੁਸੀਂ ਕਿਵੇਂ ਤਬਾਹ ਕੀਤੀ, ਕਿਉਂ ਤਬਾਹ ਕੀਤਾ ਪੰਜਾਬ ਅੰਮ੍ਰਿਤਸਰ? ਪਰਮਾਤਮਾ ਦੀ ਮਿਹਰ ਹੋਏ, ਸਾਲ ਰਹਿ ਗਿਆ, ਪੰਜਾਬ ਵਿੱਚ ਪੰਜਾਬੀਆਂ ਦੀ ਸਰਕਾਰ ਬਣੇ। ਮੈਂ ਤੁਹਾਨੂੰ ਇੰਨਾ ਗਰੰਟੀ ਕਰਦਾ, ਜਿਹੜੇ ਅਧੂਰੇ ਕੰਮ ਰਹਿ ਗਏ, ਅੰਮ੍ਰਿਤਸਰ ਸ਼ਹਿਰ, ਮੈਂ ਗਾਰੰਟੀ ਕਰਦਾ ਅਗਲੇ 5 ਸਾਲਾਂ ਦੇ ਅੰਦਰ ਹਿੰਦੁਸਤਾਨ ਦਾ ਤਾਂ ਸਭ ਤੋਂ ਵਧੀਆ ਸ਼ਹਿਰ ਬਣਾ ਹੀ ਦੇਵਾਂਗੇ, ਪਰ ਇੰਟਰਨੈਸ਼ਨਲ ਲੈਵਲ ਦੇ ਸ਼ਹਿਰਾਂ ਦੇ ਮੁਕਾਬਲੇ ਦਾ ਸ਼ਹਿਰ, ਜਿੱਥੇ ਸਫਾਈ, ਜਿੱਥੇ ਇਨਫਰਾਸਟ੍ਰਕਚਰ, ਜਿੱਥੇ ਪਾਰਕਿੰਗ ਸਿਸਟਮ, ਜਿੱਥੇ ਜਿਵੇਂ ਹੈਰੀਟੇਜ ਜਿਹੜੀ ਆਪਾਂ ਸਟਰੀਟ ਬਣਾਈ ਹੈ, ਮੇਰਾ ਮਨ ਹੈ ਕਿ ਸਾਰੀ ਵਰਲਡ ਸਿਟੀ ਉਸ ਤਰੀਕੇ ਨਾਲ ਬਣਾਈਏ, ਸਾਰੀ ਵਰਲਡ ਸਿਟੀ, ਕਿ ਲੋਕੀ ਜਦੋਂ ਆਉਣ, ਟੂਰਿਸਟ ਆਉਣ ਤੇ ਪਤਾ ਲੱਗ ਜੇ। ਹੁਣ ਵੀ ਕਈ ਲੋਕ ਆਉਂਦੇ ਹਨ, ਕਈ ਮੁੱਖ ਮੰਤਰੀਆਂ ਨੇ ਮੇਰੇ ਨਾਲ ਗੱਲ ਕੀਤੀ। ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਆਪਣੀ ਟੀਮ ਭੇਜੀ ਦੇਖਣ ਵਾਸਤੇ ਕਿ ਵਿਰਾਸਤ-ਏ ਮਾਰਗ ਕਿਵੇਂ ਬਣਿਆ। ਉਹ ਵਾਰਾਣਸੀ ਬਣਾਉਣੇ ਚਾਹੁੰਦੇ ਸੀ। ਆਂਧਰਾ ਪ੍ਰਦੇਸ਼ ਤੋਂ ਟੀਮਾਂ ਆਈਆਂ ਦੇਖਣ ਵਾਸਤੇ। ਕੰਮ ਕਰਨਾ ਕੋਈ ਔਖਾ ਨਹੀਂ ਹੈ, ਜਜ਼ਬਾ ਚਾਹੀਦਾ, ਹਿੰਮਤ ਚਾਹੀਦੀ ਹੈ, ਪਲੈਨਿੰਗ ਚਾਹੀਦੀ ਹੈ, ਸੋਚ ਚਾਹੀਦੀ ਹੈ। ਜਿਹੜਾ ਮੁੱਖ ਮੰਤਰੀ ਬਣਦਾ ਹੈ ਉਹਦਾ ਨਿਸ਼ਾਨਾ ਹੋਣਾ ਚਾਹੀਦਾ, ਮੈਂ ਜਿਵੇਂ ਪੰਜਾਬ ਲਿੱਤਾ ਹੈ ਤਾਂ ਕਿਵੇਂ 10 ਗੁਣਾ 20 ਗੁਣਾ ਕਿਵੇਂ ਅੱਗੇ ਲੈ ਕੇ ਜਾ ਸਕਾਂ। ਮੁੱਖ ਮੰਤਰੀ ਦੀ ਸੋਚ ਉਹ ਨਹੀਂ ਹੋਣੀ ਚਾਹੀਦੀ ਕਿ ਮੈਂ ਹੁਣ ਬਣ ਗਿਆ ਤੇ ਹੁਣ ਮੈਂ 5 ਸਾਲ ਐਸ਼ ਕਰਨਾ, ਜਿਵੇਂ ਅੱਜ ਦਾ ਮੁੱਖ ਮੰਤਰੀ ਕੈਪਟਨ ਕਰ ਰਿਹਾ। ਅੱਜ ਮੀਡੀਆ ਸਾਰੀ ਬੈਠੀ ਆ, ਤੁਸੀਂ ਵੀ ਆਪਣੇ ਆਪ ਨੂੰ ਸਵਾਲ ਕਰੋ, ਪੁੱਛੋ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੇ 4 ਸਾਲਾਂ 'ਚ ਕਿੰਨੀ ਵਾਰ ਇੱਥੇ ਆਇਆ? ਕਿੰਨੀ ਵਾਰ ਇਹਨਾਂ ਸੜਕਾਂ 'ਚ ਆਇਆ? ਕਿੰਨੀ ਵਾਰ ਹੈਰੀਟੇਜ ਸਟਰੀਟ 'ਚ ਉਹਨੇ ਗੱਡੀ ਰੋਕ ਕੇ ਤੁਰ ਕੇ ਦੇਖਿਆ ਹੋਏ? ਜਿਹੜੇ ਆਪਣੇ ਚਾਰੋਂ ਤਰਫ ਆਪਾਂ ਚੀਜ਼ਾਂ ਬਣਾਈਆਂ ਸੀ, ਮਿਊਜ਼ੀਅਮ ਬਣਾਏ ਸੀ, ਕੀ ਉੱਥੇ ਉਹਨਾਂ ਨੇ ਜਾਇਜ਼ਾ ਲਿੱਤਾ? ਇਸ ਕਰਕੇ ਅੱਜ ਇੱਥੇ ਆਏ ਆ। ਨਾਲੇ ਅੱਜ ਮੈਨੀ ਸਾਹਿਬ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਹੋਇਆ, ਮੈਂ ਫਿਰ ਤੋਂ ਉਹਨਾਂ ਨੂੰ ਜੀ ਕਹਿੰਦਾ। ਹੋਰ ਕੋਈ ਸਵਾਲ ਜੇ ਹੈ? किसानों के द्वारा रेलवे ट्रैक खाली कर दिया गया, लेकिन रेलवे अब भी मालगाड़ी चलाने के लिए तैयार नहीं है। मैं गवर्नमेंट ऑफ इंडिया ਨੂੰ ਕਹਿਣਾ ਚਾਹਣਾ ਹੈ, ਤੁਸੀਂ ਪ੍ਰੈਸਟੀਜ ਕਿਉਂ ਬਣਾਈ ਜਾਂਦੇ ਹੋ? ਗਵਰਨਮੈਂਟ ਆਫ ਇੰਡੀਆ ਤਾਂ ਐ ਪੰਜਾਬ ਨੂੰ ਡੀਲ ਕਰ ਰਹੀ ਹੈ ਜਿਵੇਂ ਕੋਈ ਪਾਕਿਸਤਾਨ ਨੂੰ ਡੀਲ ਕਰੀ ਜਾਂਦਾ ਹੁੰਦਾ ਕਿ ਅਸੀਂ ਆਹ ਕਰ ਦਾਂਗੇ, ਉਹ ਕਰ ਦਾਂਗੇ, ਇਹ ਕਰ ਦਾਂਗੇ। ਗਵਰਨਮੈਂਟ ਆਫ ਇੰਡੀਆ ਨੂੰ ਪਤਾ ਹੋਣਾ ਚਾਹੀਦਾ ਆਹ ਪੰਜਾਬ ਦੇ ਬਹਾਦਰ ਕਿਸਾਨ ਹੈ ਜਿਨ੍ਹਾਂ ਨੇ ਜਿਹੜੇ ਅੱਜ ਰੇਲ ਗੱਡੀਆਂ ਪਟੜੀਆਂ ਤੇ ਬੈਠੇ ਆ। ਕਿਉਂ ਬੈਠੇ ਆ? ਹੱਕ ਦੀ ਲੜਾਈ ਵਾਸਤੇ ਬੈਠੇ ਆ। ਤੇ ਉਹ ਕਿਸਾਨ ਜੇ ਪੂਰੇ ਦੇਸ਼ ਨੂੰ ਅੰਨ ਦਿੰਦੇ ਰਹੇ ਆ, ਅੱਜ ਜੇ ਉਹ ਕੁਝ ਚੀਜ਼ ਮੰਗਦੇ ਆ, ਤੁਹਾਡਾ ਹੱਕ ਨਹੀਂ ਹੈ। ਐਂ ਤੁਸੀਂ ਜ਼ਬਰਦਸਤੀ ਕਰੋਗੇ, ਰੇਲ ਬੰਦ ਕਰ ਦੋਗੇ, ਅਸੀਂ ਆਹ ਕਰ ਦਾਂਗੇ, ਉਹ ਕਰ ਦਾਂਗੇ, ਐਂ ਦੇਸ਼ ਨਹੀਂ ਚੱਲਦੇ। ਜਿਸ ਤਰੀਕੇ ਨਾਲ ਅੱਜ ਸੋਚ ਚੱਲ ਰਹੀ ਹੈ ਸੈਂਟਰ ਦੀ, ਮੈਂ ਸਟਰੋਂਗਲੀ ਕੰਡੈਮ ਕਰਦਾ। 5 ਜੂਨ ਤੋਂ ਲਗਾਤਾਰ ਕਿਸਾਨ ਸੜਕਾਂ ਤੇ ਰੁਲ ਰਹੇ ਕਿ ਲੱਗਦਾ ਹੁਣ ਕਿਸਾਨ ਦੀ ਜਿੱਤ ਜਿਹੋ ਜਿਹਾ ਰਵੱਈਆ ਕੇਂਦਰ ਸਰਕਾਰ ਦਿਖਾ ਰਹੀ ਹੈ। ਮੈਂ ਉਹੀ ਜਿਵੇਂ ਕਿਹਾ ਨਾ ਕਿ ਕੇਂਦਰ ਸਰਕਾਰ ਆਪਣੀ ਐ ਬਣਾ ਰਿਹਾ ਇਸ਼ੂ, ਉਹਨਾਂ ਨੇ ਕਿ ਜਿਵੇਂ ਨਾ ਕਿ ਇੱਕ ਐਜ ਏ ਸਟੇਟ ਨਾਲ ਡੀਲ ਕਰ ਰਿਹਾ, ਐਜ ਲੋਕਾਂ ਨਾਲ ਕਰ ਰਿਹਾ ਜਿਹੜੇ ਆਪਣੇ ਦੁਸ਼ਮਣ ਹੈ। ਆ ਰਵੱਈਆ ਜਿਹੜਾ ਸੈਂਟਰ ਦਾ ਬਹੁਤ ਮਾੜਾ ਹੈ। ਤੇ ਮੈਂ ਇੱਕ ਆ ਵੀ ਕਹਿਣਾ ਚਾਹੁੰਦਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦਾ ਮੁੱਖ ਮੰਤਰੀ ਹੈ। ਕਿਸਾਨਾਂ ਨੂੰ ਤਾਂ ਅੱਗੇ ਲਾ ਕੇ ਕਿਸਾਨ ਤਾਂ ਧਰਨਾ ਦੇ ਰਿਹਾ, ਕੈਪਟਨ ਅਮਰਿੰਦਰ ਸਿੰਘ ਕੀ ਕਰ ਰਿਹਾ? ਜੇ ਸੂਬੇ ਦੇ ਸਾਰੇ ਕਿਸਾਨ ਸੜਕਾਂ ਤੇ ਹੈ, ਅਮਰਿੰਦਰ ਸਿੰਘ ਦਾ ਰੋਲ ਕੀ ਹੈ? ਇਕੱਲਾ ਆਪਣੇ ਫਾਰਮ ਹਾਊਸ 'ਚ ਰਹਿਣਾ ਰੋਲ ਤਾਂ ਨਹੀਂ ਹੈ। ਕਿਤੇ ਸ਼ਾਮ ਨੂੰ
ਤੁਹਾਨੂੰ ਵੀਡੀਓ ਜਿਹੜੀਆਂ ਆਉਂਦੀਆਂ ਤੁਸੀਂ ਦੇਖਦੇ ਹੋ, ਉਹ ਰੋਲ ਤਾਂ ਨਹੀਂ ਹੈ। ਕੈਪਟਨ ਕੀ ਕਰ ਰਿਹਾ? ਦਿੱਲੀ ਜਾਂਦਾ ਹੈ, ਘੰਟੇ ਵਾਸਤੇ ਉੱਥੇ ਡਰਾਮਾ 'ਚ ਧਰਨਾ ਦੇ ਕੇ, ਯਾਰ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਧਾਨ ਮੰਤਰੀ ਕੋਲੇ ਜਾਣਾ ਚਾਹੀਦਾ, ਰੇਲਵੇ ਮਿਨਿਸਟਰ ਕੋਲੇ ਆਪ ਜਾਣਾ ਚਾਹੀਦਾ। ਦਿੱਲੀ ਜਾ ਕੇ ਰੇਲਵੇ ਮਿਨਿਸਟਰ ਨੂੰ ਨਹੀਂ ਮਿਲ ਸਕਦੇ? ਆਪਣੀ ਗੱਲ, ਜੋ ਗੱਲ ਮੁੱਖ ਮੰਤਰੀ ਦੀ ਹੋਊਗੀ ਗੱਲ ਕਰੂਗਾ, ਉਹ ਐਮਪੀ ਨਹੀਂ ਕਰ ਸਕਦੇ। ਐਮਪੀ ਗਵਰਨਮੈਂਟ ਨੂੰ ਰਿਪਰੈਜ਼ੈਂਟ ਨਹੀਂ ਕਰਦੇ। ਗਵਰਨਮੈਂਟ, ਪੰਜਾਬ ਗਵਰਨਮੈਂਟ ਨੂੰ ਰਿਪਰੈਜ਼ੈਂਟ ਕੱਲੀ ਪੰਜਾਬ ਸਰਕਾਰ ਕਰ ਸਕਦੀ ਹੈ, ਮੁੱਖ ਮੰਤਰੀ ਕਰ ਸਕਦੀ ਹੈ। ਕਿਉਂ ਨਹੀਂ ਕੈਪਟਨ ਸਾਹਿਬ ਉੱਥੇ ਜਾ ਕੇ ਦਬਾਅ ਪਾਉਂਦੇ? ਸੂਬੇ ਦੇ ਮੁੱਖ ਮੰਤਰੀ ਹੈ, ਕੋਈ ਮਾਮੂਲੀ ਗੱਲ ਨਹੀਂ ਹੈ, ਕਿਉਂਕਿ ਇੰਟਰਸਟਿਡ ਨਹੀਂ ਹੈ। ਬਾਲ ਸਾਹਿਬ ਐਗਜ਼ਿਟ ਪੋਲ ਦੇ ਵਿੱਚ ਬਾਲ ਸਾਹਿਬ ਮਸਲਾ ਇੱਕੋ ਹੀ ਹੈ, ਮਕਸਦ ਇੱਕੋ ਹੀ ਹੈ, ਪਰ ਲੜਾਈ ਅਲੱਗ-ਅਲੱਗ ਲੜ ਰਹੇ ਹੋ। ਕਿਹੜੇ? ਕਿਸਾਨ ਔਰ ਤੁਸੀਂ ਇੱਕ ਮਕਸਦ ਨੂੰ ਲੈ ਕੇ ਲੜ ਰਹੇ ਹੋ, ਪਰ ਲੜਾਈ ਅਲੱਗ-ਅਲੱਗ ਲੜਦੇ ਪਏ ਹੋ। ਅਸੀਂ ਲੜਾਈ ਅਲੱਗ-ਅਲੱਗ ਨਹੀਂ ਲੜ ਰਹੇ। ਮੈਂ ਤੁਹਾਨੂੰ ਕਲੀਅਰ ਕੀਤਾ ਹੈ, ਸਾਰੀ ਮੈਂ ਹਰ ਸਪੀਚ ਮੈਂ ਕਲੀਅਰ ਕੀਤਾ ਹੈ। ਜਦੋਂ ਅਸੀਂ ਆਪਣਾ ਕੰਮ ਸ਼ੁਰੂ ਕੀਤਾ, ਐਜ਼ ਪਹਿਲੀ ਗੱਲ ਹੈ, ਸ਼੍ਰੋਮਣੀ ਅਕਾਲੀ ਦਲ ਪੂਰੇ ਹਿੰਦੁਸਤਾਨ ਦੀਆਂ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ, ਸਭ ਤੋਂ ਵੱਡੀ ਕਿਸਾਨ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੈ। ਇੱਕ ਪੋਲੀਟੀਕਲ ਪਾਰਟੀ ਹੈ, ਜਿਹੜਾ ਮੈਂ ਪਾਰਲੀਮੈਂਟ 'ਚ ਗਿਆ, ਜਿਹਦੇ 95% ਵਰਕਰ ਵੀ ਕਿਸਾਨ ਆਪ ਹੈ ਤੇ ਲੀਡਰ ਵੀ ਕਿਸਾਨ ਆਪ ਹੈ। ਤੇ ਇਸ ਕਰਕੇ ਮੈਂ ਉਦੋਂ ਕਿਹਾ, ਜਦੋਂ ਅਸੀਂ ਆਪਣੇ ਮਾਰਚ ਸ਼ੁਰੂ ਕੀਤੇ, ਇੱਕ ਇੰਪ੍ਰੈਸ਼ਨ ਚਲਾ ਗਿਆ ਕਿਸਾਨ ਜਥੇਬੰਦੀਆਂ ਨੂੰ ਕਿ ਅਸੀਂ ਇੱਕ ਪੈਰਲਲ ਕਰਨਾ ਚਾਹੁੰਦੇ ਹਾਂ। ਉਹਨਾਂ ਨੇ ਇਤਰਾਜ਼ ਲਾਇਆ। ਅਸੀਂ ਉਦੋਂ ਹੀ ਮੈਂ ਕਹਿ ਦਿੱਤਾ, ਸਾਨੂੰ, ਅਸੀਂ ਉਹਨਾਂ ਦੇ ਮਗਰ ਲੱਗਣ ਨੂੰ ਤਿਆਰ ਹਾਂ, ਸਾਨੂੰ ਤਾਂ ਹੁਕਮ ਕਰਨ। ਇੰਪ੍ਰੈਸ਼ਨ ਨਹੀਂ ਜਾਣਾ ਚਾਹੀਦਾ ਕਿ ਅਸੀਂ ਦੋ ਅਲੱਗ-ਅਲੱਗ। ਸੋ ਉਸ ਕਰਕੇ ਅਸੀਂ ਤਾਂ ਜੋ ਹੁਕਮ ਕਰਨੇ ਕਿਸਾਨ ਜਥੇਬੰਦੀਆਂ, ਅਸੀਂ ਮੰਨਣ ਨੂੰ ਤਿਆਰ ਹਾਂ। ਅਸੀਂ ਤਾਂ, ਮੈਂ ਕਿਹਾ, ਉਹਨਾਂ ਦੇ ਝੰਡੇ ਥੱਲੇ ਵੀ ਕਰਨ ਨੂੰ ਤਿਆਰ ਹਾਂ। ਬਾਲ ਸਾਹਿਬ ਐਗਜ਼ਿਟ ਪੋਲ ਬਿਹਾਰ 'ਚ ਬਾਲ ਸਾਹਿਬ ਮਹਾਗਠਬੰਧਨ ਦੀ ਸਰਕਾਰ ਬਣਦੀ ਦਿਸ ਰਹੀ ਹੈ। ਬੀਜੇਪੀ ਗਠਬੰਧਨ ਜਿਹੜਾ ਐਨਡੀਏ ਉਹ ਹਾਰ ਰਿਹਾ ਹੈ। ਕੀ ਸ਼੍ਰੋਮਣੀ ਅਕਾਲੀ ਦਲ 2022 ਦੇ ਇਲੈਕਸ਼ਨਾਂ 'ਚ ਕਿਸੇ ਹੋਰ ਨਾਲ ਗਠਬੰਧਨ ਕਰਨ ਨੂੰ ਤਿਆਰ ਹੈ? ਹਲੇ ਮੈਂ ਕੁਝ ਕਹਿ ਨਹੀਂ ਸਕਦਾ, ਹਲੇ ਬੜੀ ਟੂ ਅਰਲੀ ਹੈ। ਪਹਿਲੀ ਗੱਲ, ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਤੇ ਲੱਗੇ ਹਾਂ। ਅਸੀਂ 117 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਮਜ਼ਬੂਤ ਬਣਾ ਦੇਣਾ। ਜੋ ਉਦੋਂ ਸਿਚੁਏਸ਼ਨ ਹੋਣੀ ਆ ਉਦੋਂ ਦੇਖੀ ਜਾਊਗੀ। ਹਲੇ ਸਾਡਾ ਕੋਈ ਇਮੀਡੀਏਟ ਪਲਾਨ ਨਹੀਂ। ਸਰ ਕੀ ਉਹ ਜਿਹੜਾ ਬਿਹਾਰ 'ਚ ਜੋ ਹੋ ਰਿਹਾ ਐਗਜ਼ਿਟ ਪੋਲ ਨਤੀਜੇ ਉਹਨਾਂ ਦੇ ਮਹਾਗਠਬੰਧਨ ਦੇ ਦੱਸੇ ਜਾ ਰਹੇ ਨੇ, ਕੀ ਗ੍ਰਾਫ ਦਿਖ ਰਿਹਾ? ਮੈਂ ਪਹਿਲੀ ਇੱਕ ਗੱਲ ਤੁਹਾਨੂੰ ਦੱਸਾਂ, ਹੁਣ ਐਨਡੀਏ ਰਹਿ ਹੀ ਨਹੀਂ ਗਿਆ ਦੇਸ਼ 'ਚ। ਮੈਨੂੰ ਲੱਗਦਾ ਜੇਡੀਯੂ ਐਨਡੀਏ ਦਾ ਲਾਸਟ ਹਿੱਸਾ ਸੀ, ਉਹ ਵੀ ਮੈਨੂੰ ਲੱਗਦਾ ਜਾਇਜ਼ ਹੀ ਹਾਲਾਤ ਕੀਤੀ ਹੈ। ਜਾਇਜ਼ ਹੀ ਉਹਨਾਂ ਨੇ ਪਾਸਵਾਨਾ ਜਾਂ ਡੀਲ ਕੋਈ ਹੋਈ ਹੈ, ਉਹ ਤਾਂ ਮੈਨੂੰ ਲੱਗਦਾ ਜੇਡੀਯੂ ਵੀ ਮੈਨੂੰ ਲੱਗਦਾ ਐਨਡੀਏ ਵਿੱਚ ਨਹੀਂ ਰਹਿਣੇ ਉਹਦੇ ਬਾਅਦ ਐਨਡੀਏ 'ਚ ਹੈ ਕੌਣ? ਐਨਡੀਏ ਬਣਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਹੈ। ਸਭ ਤੋਂ ਪਹਿਲੇ ਨੀਂਹ ਪੱਥਰ ਰੱਖਿਆ ਸ਼੍ਰੋਮਣੀ ਅਕਾਲੀ ਬਾਦਲ ਸਾਹਿਬ ਨੇ। ਸਰ ਬਾਦਲ ਸਾਹਿਬ, ਮੇਰਾ ਸਵਾਲ ਇਹ ਸੀ ਕਿ ਜਦੋਂ ਦੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਪੰਜਾਬੀ ਰਹੇ ਨੇ, ਅਰੁਣ ਜੇਤਲੀ ਰਹੇ, ਉਹਨਾਂ ਚਿਰ ਤੱਕ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਜਿਹੜੀ ਹਰ ਆਵਾਜ਼ ਜਿਹੜੀ ਹੈ ਉਹ ਸੈਂਟਰ ਤੱਕ ਪਹੁੰਚਦੀ ਹੈ। ਹੁਣ ਜਦੋਂ ਦਾ ਅਰੁਣ ਜੇਤਲੀ ਨਹੀਂ ਰਹੇ ਇੱਥੇ, ਤੇ ਕੀ ਖਿਆਲ ਹੈ ਕਿ ਨੌਨ ਪੰਜਾਬੀ ਹੋਣ ਕਰਕੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਲੋਕਾਂ ਦੇ ਜ਼ੁਲਮ ਕਰ ਰਹੀ ਹੈ? ਮੈਂ ਜਿਹੜਾ ਗੱਲ ਕਹਿਣਾ ਚਾਹੁੰਦਾ ਹੈ, ਮੈਨੀ ਸਾਹਿਬ ਨੇ ਬੜੀ ਵਧੀਆ ਤਰੀਕੇ ਨਾਲ ਗੱਲ ਸਮਝਾਈ ਹੈ ਤੁਹਾਨੂੰ ਕਿ ਉੱਥੇ ਵਨ ਵੇ ਟ੍ਰੈਫਿਕ ਹੈ। ਜਿਹੜੀ ਅੱਜ ਭਾਰਤੀ ਜਨਤਾ ਪਾਰਟੀ ਹੈ, ਵਨ ਵੇ ਟ੍ਰੈਫਿਕ ਵਾਲੀ ਹੈ। ਉੱਥੇ ਇਕੱਲਾ ਹੁਕਮ ਆਉਂਦਾ ਹੈ, ਵਾਪਸ ਕੁਛ ਹੁੰਦਾ ਨਹੀਂ, ਫੀਡਬੈਕ ਕੋਈ ਨਹੀਂ ਹੈ। ਇਕੱਲੇ ਪੰਜਾਬ 'ਚ ਨਹੀਂ, ਮਤਲਬ ਦੂਜੇ ਸੂਬਿਆਂ 'ਚ ਵੀ ਐਂ ਹੋਊਗਾ। ਕਿਉਂਕਿ ਜਿੱਥੇ ਕਮਿਊਨੀਕੇਸ਼ਨ ਗੈਪ ਬੰਦ, ਜਿੱਥੇ ਟੂ ਵੇ ਟ੍ਰੈਫਿਕ ਨਾ ਹੋਊਗਾ, ਉਹ ਪਾਰਟੀ ਖਤਮ ਹੋਊਗੀ ਹੌਲੀ ਹੌਲੀ। ਵਨ ਵੇ ਟ੍ਰੈਫਿਕ ਵਾਲੀ ਪਾਰਟੀ ਪੰਜਾਬੀ ਦਾ ਕੋਈ ਨਹੀਂ ਨਾ ਹੈਗਾ ਇਸ ਤਰ੍ਹਾਂ ਸ਼ਰਮਾ ਜੀ, ਤੁਸੀਂ ਠੀਕ ਕਹਿ ਰਹੇ ਹੋ, ਉਹਨਾਂ ਦੀ ਘਾਟ ਨਹੀਂ, ਰੜਕਦੀ ਆ ਜੀ। ਇਹ ਬਿਲਕੁਲ ਸਹੀ ਗੱਲ ਹੈ, ਇਹਦੇ 'ਚ ਕਿਹੜੀ ਨੋ ਡਿਨਾਈਂਗ। ਪੰਜਾਬ ਦੇ ਵਿੱਚ ਸੀਗਾ ਅਕਾਲੀ ਦਲ ਇੱਕ ਸਭ ਤੋਂ ਵੱਡੀ ਜਥੇਬੰਦੀ ਹੈ ਕਿਸਾਨਾਂ ਦੀ, ਪਰ ਅੱਜ ਦੀ ਡੇਟ ਦੇ ਵਿੱਚ ਹਰ ਇੱਕ ਪੋਲੀਟੀਕਲ ਪਾਰਟੀ ਇਹ ਦਾਅਵਾ ਕਰਦੀ ਹੈ ਕਿ ਅਸੀਂ ਕਿਸਾਨ ਹਿਤੈਸ਼ੀ ਹਾਂ, ਔਰ ਦੂਸਰੇ ਪਾਸੇ ਜਿਹੜੇ ਕਿਸਾਨ ਧਰਨਿਆਂ ਤੇ ਉਹਨਾਂ ਦਾ ਕਹਿਣਾ ਕਿ ਹਰ ਇੱਕ ਸਿਆਸੀ ਪਾਰਟੀ ਇਸ ਵੇਲੇ ਸਾਡੇ ਅੰਦੋਲਨ ਤੋਂ 2022 ਉਹਨਾਂ ਨੂੰ ਨਜ਼ਰ ਆ ਰਿਹਾ। ਪਹਿਲੀ ਗੱਲ ਹੈ, ਤੁਸੀਂ ਬੱਚੇ ਪੰਜਾਬ ਨੂੰ ਪੁੱਛ ਲਓ, ਜਾਂ ਦੇਸ਼ ਜਾ ਕੇ ਤੁਸੀਂ ਹੈਗਾ ਹਰਿਆਣੇ ਜਾ ਕੇ ਪੁੱਛੋ ਜਾਂ ਯੂਪੀ ਜਾ ਕੇ ਪੁੱਛੋ, ਕਿਸਾਨਾਂ ਦੀ ਕਿਹੜੀ ਪਾਰਟੀ ਹੈ, ਕਿਸਾਨਾਂ ਦਾ ਲੀਡਰ ਕੌਣ ਹੈ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਆਉਂਦਾ, ਤੇ ਸ਼੍ਰੋਮਣੀ ਅਕਾਲੀ ਦਲ ਦਾ। ਜਿੰਨੇ ਆ ਬੈਠੇ ਮੇਰੇ ਨਾਲ ਸਾਰੇ ਬੈਠੇ, ਸਾਰੇ ਖੇਤੀ ਕਰਨ ਵਾਲੇ, ਮੈਂ ਆਪ ਖੇਤੀ ਕਰਦਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ। ਦੂਜੀਆਂ ਪਾਰਟੀਆਂ, ਮੈਂ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛ ਲਓ, ਉਹਦੇ ਕਿੰਨੇ ਜ਼ਮੀਨ ਕਿੰਨੀ ਹੈ ਉਹਦੇ ਕੋਲੇ? ਇੱਕ ਕਿੱਲਾ ਵੀ ਹੈ ਨਹੀਂ। ਖੇਤੀ ਕਿਸ ਚੀਜ਼ ਦੇ ਕਰਦੇ ਹੈ? ਸੋ ਮੇਰਾ ਮਤਲਬ ਹੈ ਕਿ ਸਾਡੀ ਪਾਰਟੀ ਕਿਸਾਨਾਂ ਦੀ ਜਥੇਬੰਦੀ ਹੈ। ਯਾਰ ਮੈਂ ਉਸ ਕੰਟਰੋਵਰਸੀ 'ਚ ਨਹੀਂ ਜਾਣਾ ਚਾਹੁੰਦਾ, ਤਾਈਓ
ਅਵੋਇਡ ਕਰਨ ਵਾਸਤੇ ਅਸੀਂ ਕਿਹਾ ਅਸੀਂ ਉਹਨਾਂ ਦੇ ਮਗਰ ਉਹ ਇੱਕ ਜਿਵੇਂ ਯੂਨੀਅਨ ਹੈਗੀਆਂ ਸਾਡੀ ਪੋਲੀਟੀਕਲ ਪਾਰਟੀਆਂ ਹੈ ਸਾਡੇ 'ਚ ਡਿਫਰੈਂਸ ਹੈ ਅਸੀਂ ਪੋਲੀਟੀਕਲ ਪਾਵਰ ਲੈ ਕੇ ਕਿਸਾਨਾਂ ਦਾ ਫਾਇਦਾ ਗਰੀਬ ਦਾ ਫਾਇਦਾ ਕਰ ਸਕਦੇ ਹਾਂ ਉਹਨਾਂ ਦਾ ਅਪਰੋਚ ਹੋਰ ਹੈ ਕਿਉਂਕਿ ਉਹ ਯੂਨੀਅਨ ਦੀ ਤਰੀਕੇ ਨਾਲ ਉਹ ਇਲੈਕਸ਼ਨ ਨਹੀਂ ਲੜਦੇ ਜਦੋਂ ਉਹ ਇਲੈਕਸ਼ਨ ਲੜਨਗੇ ਫਿਰ ਉਹ ਵੀ ਪੋਲੀਟੀਕਲ ਪਾਰਟੀ ਬਣ ਜਾਣਗੇ ਆਹ ਫਰਕ ਹੈ ਇਸ ਕਰਕੇ ਤਾਈਓ ਅਸੀਂ ਐਜ਼ ਪੋਲੀਟੀਕਲ ਪਾਰਟੀ ਕਿਉਂਕਿ ਮੇਨ ਮੁੱਦਾ ਕਿਸਾਨੀ ਦਾ ਅਸੀਂ ਨਹੀਂ ਚਾਹੁੰਦੇ ਕਿ ਇੱਕ ਇਮੇਜ ਆਏ ਕਿ ਅਲੱਗ-ਅਲੱਗ ਸਾਰੇ ਚੱਲੇ ਅਸੀਂ ਸਭ ਤੋਂ ਪਹਿਲੇ ਅਸੀਂ ਆਪ ਪਿੱਛੇ ਹਟੇ ਨਹੀਂ ਅਸੀਂ ਕਹਿ ਰਹੇ ਉਹਨਾਂ ਨੂੰ ਜੋ ਤੁਸੀਂ ਕਹਾਂਗੇ ਹੁਣ ਜਿਹੜਾ ਬੰਦ ਹੋਇਆ ਅਸੀਂ ਸਪੋਰਟ ਕੀਤਾ ਹੈ ਜੋ ਉਹਨਾਂ ਦੀ ਕਾਲਸ ਆਉਂਦੀਆਂ ਅਸੀਂ ਸਪੋਰਟ ਕਰਦੇ ਹਾਂ ਆਮ ਆਦਮੀ ਪਾਰਟੀ ਦੀ ਹਾਂਜੀ ਕਿਸਾਨਾਂ ਦੀ 34 ਜਥੇਬੰਦੀਆਂ ਇਹ ਸਾਰੀਆਂ ਤੁਹਾਡੇ ਨਾਲ ਹੈਗੀਆਂ ਅਸੀਂ ਉਹਨਾਂ ਦੇ ਨਾਲ ਸਰ ਆਮ ਆਦਮੀ ਪਾਰਟੀ ਦੀ ਅਸੀਂ ਤੁਹਾਡੇ ਨਾਲ ਆ ਅਸੀਂ ਉਹਨਾਂ ਨਾਲ ਆ ਅਸੀਂ ਪੰਜਾਬੀਆਂ ਦੇ ਨਾਲ ਅਮਰਿੰਦਰ ਸਿੰਘ ਦੀ ਜਿਹੜੀ ਨੂਰਾ ਕੁਸ਼ਤੀ ਸੈਂਟਰ ਨਾਲ ਚੱਲਦੀ ਪਈ ਉਹ ਕਿਸ ਤਰ੍ਹਾਂ ਦੀ ਹੈ ਨਹੀਂ ਚੱਲ ਬਿਆਨ ਦਿੱਤਾ ਜੀ ਨੂਰਾ ਕੁਸ਼ਤੀ ਦਾ ਨਹੀਂ ਉਹ ਚੱਲ ਨਹੀਂ ਰਹੀ ਉਹ ਤਾਂ ਐਵੇਂ ਪਿੱਲੋ ਫਾਈਟ ਅੰਗਰੇਜ਼ੀ ਚ ਕਹਿ ਦਿੰਦਾ ਉਹ ਚੱਲ ਸਰ ਆਮ ਆਦਮੀ ਪਾਰਟੀ ਦੀ ਭੂਮਿਕਾ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਇਸ ਪੂਰਾ ਜੋ ਸਿਨੈਰੀਓ ਬਣਿਆ ਸੀ ਆਮ ਆਦਮੀ ਪਾਰਟੀ ਪੋਲੀਟੀਕਲੀ ਫਿਨਿਸ਼ ਹੋ ਗਈ ਹੈ ਕਿਉਂਕਿ ਜਿਸ ਮਕਸਦ ਨਾਲ ਡਰਾਮੇ ਕਰਕੇ ਬਣੀ ਸੀ ਇਨਕਲਾਬ ਅਸੀਂ ਇਹ ਕਰਾਂਗੇ ਉਹ ਕਰਾਂਗੇ ਅੰਦਰ ਕੁਝ ਨਹੀਂ ਸੀ ਅੰਦਰ ਉਹਨਾਂ ਦੀ ਦੂਜੀ ਜਿਹੜੇ ਜਿੰਨੇ ਵੀ ਮੈਂ ਦੇਖਿਆ ਲੋਕ ਜਿਹੜੇ ਇਨਕਲਾਬ ਤੇ ਆਈਆਂ ਚੀਜ਼ਾਂ ਦੇ ਉਲਟ ਸੀ ਸਾਰੇ ਉਹਦੇ ਵਿੱਚ ਹੀ ਸੀ ਤਾਈਓ ਐਕਸਪੋਜ਼ਰ ਇੰਨੀ ਛੇਤੀ ਪੋਲੀਟੀਕਲ ਪਾਰਟੀ ਗੇਨ ਕਰੇ ਤੇ ਇੰਨੀ ਛੇਤੀ ਥੱਲੇ ਆਏ ਆ ਸਭ ਉਸ ਗੱਲ ਕਿ ਪੰਜਾਬ ਦੀ ਜਨਤਾ ਜਾਣਦੀ ਹੈ ਵਿਸ਼ਵਾਸ ਕਰਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਮੈਂ ਤੁਹਾਨੂੰ ਅੱਜ ਗਾਰੰਟੀ ਦੇਣਾ ਤੁਹਾਡੇ ਸਾਹਮਣੇ ਹੈ ਅਗਲੀ ਸਰਕਾਰ ਤੁਸੀਂ ਦੇਖੋ ਲੈਂਡਸਲਾਈਡ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੂਗੀ ਕਿਉਂਕਿ ਜਨਤਾ ਦੇ ਵਿੱਚ ਵਿਸ਼ਵਾਸ ਹੈ ਕਿ ਘੱਟ ਤੋਂ ਘੱਟ ਜੋ ਕਮਿਟਮੈਂਟ ਕਰਦੇ ਆ ਬਾਦਲ ਸਾਹਿਬ ਨੇ ਕੀਤੀ ਹੈ ਜੋ ਅਗਵਾਈ ਕਰਦੇ ਸੀ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਜੋ ਕਮਿਟਮੈਂਟ ਉਹਦੀ ਪੂਰੀ ਕਰਦੇ ਆ ਮੈਂ ਤਾਂ ਤੁਹਾਨੂੰ ਅੰਮ੍ਰਿਤਸਰ ਵਾਲਿਆਂ ਨੂੰ ਹੀ ਪੁੱਛ ਲੈਣਾ ਤੁਸੀਂ ਮੀਡੀਆ ਅੰਮ੍ਰਿਤਸਰ ਦਿਓ ਜੋ ਮੈਂ ਇੱਥੇ ਕਮਿਟਮੈਂਟ ਕੀਤੀ ਸੀ ਮੈਂ ਕੀ ਪੂਰੀ ਕੀਤੀ ਕਿ ਨਹੀਂ ਸ਼ਰਮਾ ਜੀ ਸ਼ਰਮਾ ਜੀ ਤਾਂ ਬੜੇ ਦਿਨ ਮਗਰੋਂ ਆਏ ਆ ਇਸ ਲਈ ਮੈਂ ਤੁਹਾਨੂੰ ਆਪ ਕਹਿੰਦਾ ਤੁਸੀਂ ਆਪ ਹੁਣ ਕਿਹਾ ਕਿ ਸਾਰੀ ਕਮਿਟਮੈਂਟ ਦੂਰ ਕੀਤੀ ਹੈ ਜੇ ਮੀਡੀਆ ਕਹੇ ਕਮਿਟਮੈਂਟ ਪੂਰੀ ਕੀਤੀ ਹੈ ਅਜੇ ਤੋਂ ਵੱਡੀ ਸਰਟੀਫਿਕੇਟ ਕਿੱਥੋਂ ਚਾਹੀਦੀ ਹੈ ਬੜੇ ਸੋਨਹਾਲ ਥੈਂਕ ਯੂ ਸਾਰੇ ਧਾਰਮਿਕ ਸਥਾਨ ਖੋਲ ਦਿੱਤੇ ਗਏ ਪਰ ਕਰਤਾਰਪੁਰ ਕੋਰੀਡੋਰ ਕਿਉਂ ਨਹੀਂ ਖੋਲਣਾ ਚਾਹੀਦਾ ਮੈਂ ਕਹਿੰਦਾ ਇਮੀਡੀਏਟਲੀ ਖੋਲਣਾ ਚਾਹੀਦਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਮੀਡੀਏਟਲੀ ਔਰ ਟੇਕ ਆਫ ਕਰਨਾ ਆਪਣੇ ਪਾਕਿਸਤਾਨ ਕਾਊਂਟਰ ਪਾਰਟ ਨਾਲ ਗੱਲ ਕਰਨੀ ਚਾਹੀਦੀ ਹੈ ਮੈਨੂੰ ਲੱਗਦਾ ਕਿ ਪਤਾ ਨਹੀਂ ਹੁਣ ਕੀ ਨਵੀਂ ਪੋਲਿਟਿਕਸ ਦੋਨੋਂ ਦੇਸ਼ਾਂ ਵਿੱਚ ਚੱਲ ਪਈ ਹੈ ਜਿਹਦਾ ਨੁਕਸਾਨ ਕਿਤੇ ਕੌਮ ਦਾ ਨਾ ਹੋ ਜਾਏ ਸੋ ਆ ਇਮੀਡੀਏਟਲੀ ਆਪਾਂ ਸਟਰੋਂਗਲੀ ਟੇਕ ਆਫ ਕਰਨਾ ਚਾਹੀਦਾ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ